ਤਾਂ ਅਸੀਂ ਪਹਿਲੀ ਰਾਤ ਤਾਂ ਨਾ ਵੀਰਾ ਜੀ ਜਿੱਦਾਂ ਡੰਡੇ ਲਾ ਕੇ ਜੀ ਕੱਢਤਾ, ਡੰਡਿਆਂ ਨਾਲ ਕੱਢਦੇ ਰਹੇ ਪਾਣੀ, ਉੱਪਰ ਪਾਣੀ ਇਕੱਠਾ ਹੋ ਇਹਨਾਂ ਦੀ ਕੱਢ ਦਿੰਦੇ ਸੀਗੇ। ਤੇ ਦੂਜੀ ਰਾਤ ਅਸੀਂ ਸੋਚਿਆ ਵੀ ਕਿਉਂ ਨਾ ਸੰਗਤ ਨੂੰ ਦਿਖਾਈ ਜਾਵੇ ਵੀ ਜਿਹੜੇ ਨੌਜਵਾਨਾਂ ਨੂੰ ਸਾਨੂੰ ਬਦਨਾਮ ਕੀਤਾ ਜਾਂਦਾ ਪੰਜਾਬੀਆਂ ਨੂੰ ਵੀ ਇਹ ਗਲਤ ਇਨਸਾਨ ਨੇ, ਤੇ ਉਹਨਾਂ ਨੂੰ ਦਿਖਾਈਏ ਵੀ ਕਿੱਦਾਂ ਸੰਘਰਸ਼ ਵੀ ਲੜ ਸਕਦੇ ਹਾਂ। ਇਹ ਹੁਣ ਜਿੱਥੇ ਆ ਕੇ ਮੋਰਚਾ ਫਸ ਰਿਹਾ ਹੈ, ਸਰਕਾਰਾਂ ਜਿੱਥੇ ਉਲਝ ਰਹੀਆਂ ਨੇ, ਸਰਕਾਰਾਂ ਜਾਂ ਕਹਿ ਸਕਦੇ ਹਾਂ ਕਿ ਜਿਹੜੇ ਲੋਲੀਪੌਪ ਦੇਣ ਦੀਆਂ ਕਿਸਾਨ ਜਥੇਬੰਦੀਆਂ ਨੂੰ ਕੋਸ਼ਿਸ਼ ਕਰ ਰਹੀਆਂ, ਤੁਹਾਨੂੰ ਕੀ ਲੱਗਦਾ ਹੈ ਕਿ 26 ਤਰੀਕ ਨੂੰ ਕੀ ਹੋਣ ਵਾਲਾ ਹੈ? ਦੇਖੋ 26 ਦਾ ਵੀਰ ਜੀ ਅਸੀਂ ਪਹਿਲਾਂ ਵੀ ਕਿਹਾ ਵੀ ਜ਼ਿਆਦਾ 26 ਕਿਸਾਨਾਂ ਲਈ ਜਾਂ ਆਪਣੇ ਲਈ ਨੁਕਸਾਨਦਾਇਕ ਹੈ ਜਾਂ ਸਰਕਾਰ ਲਈ, ਵੀ ਅਸੀਂ ਚਾਹੁੰਦੇ ਹਾਂ ਭੰਨ ਤੋੜ ਕਰਨ ਨਾਲ ਜੇ ਕੋਈ ਮਸਲਾ ਹੱਲ ਹੁੰਦਾ ਨਾ ਤਾਂ ਆਪਾਂ ਹੁਣ ਸਾਰੀ ਦਿੱਲੀ ਭੰਨ ਦਿੰਦੇ ਹਾਂ ਜੀ, ਸਾਰੀ ਉਹ ਭੰਨ ਦਿੰਦੇ ਹਾਂ ਜੀ, ਆਪਣੇ ਕੋਲ ਸਾਰੇ ਔਜ਼ਾਰ ਹੈਗੇ। ਪਰ ਸਰਕਾਰਾਂ ਦੇ ਮਨ ਦਾ ਭੁਲੇਖਾ ਵੀ ਜਿੰਨਾ ਲੰਬਾ ਚੱਲੂ ਉਨਾ ਕਮਜ਼ੋਰ ਹੋਊਗਾ, ਸਾਨੂੰ ਇਹ ਲੱਗਦਾ ਜੀ ਵੀ ਜਿੰਨਾ ਲੰਬਾ ਚੱਲੂ ਉਨਾ ਮਜ਼ਬੂਤ ਹੋਊਗਾ, ਵੀ ਇਸ ਚੀਜ਼ ਨੂੰ ਮੰਨ ਲੈਣਾ ਚਾਹੀਦਾ। ਹੁਣ ਇੰਨੀ ਆਕੜ ਤਾਂ ਨਾ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਕਹਿੰਦੇ ਇੰਨੀ ਆਕੜ ਮੁਰਦਿਆਂ 'ਚ ਹੁੰਦੀ ਆ, ਵੀ ਇੰਨੀ ਆਕੜ ਹੁੰਦੀ ਵੀ ਮਾੜੀ ਆ। ਇੱਥੋਂ ਆਪਾਂ ਨੂੰ ਜਿੱਤ ਹਾਸਲ ਹੋਊਗੀ ਜੇ ਆਪਣਾ ਕੋਈ ਵੀ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜਾਂ ਕੋਈ ਵੀ ਲੀਡਰ ਨਾ ਖਰਾਬੀ ਕਰੇ, ਨਾ ਵਿਕੇ, ਸੱਚਾਈ ਤੇ ਹਰ ਇੱਕ ਇਨਸਾਨ ਚੱਲੇ ਤੇ ਨੌਜਵਾਨ ਸਾਰੇ ਕੈੜੇ ਹੋਣ ਵੀ ਨਾ ਵਿਕਣ ਦਈਏ, ਤਾਂ ਇਹ ਜਿੱਤ ਕਿਉਂ ਨਹੀਂ ਹੋਊਗੀ? ਜਿੱਤ ਹੋਊਗੀ ਆਪਣੀ ਪੱਕੀ। ਇਹ ਜਿਹੜੀਆਂ ਠੰਡਾਂ ਨੇ ਤਾਂ ਕੁਝ ਵੀ ਚੀਜ਼ ਨਹੀਂ ਹੈਗੀ ਜੀ, ਕਿਉਂਕਿ ਜਿਹੜੀਆਂ ਆਪਣਾ ਕਾਨੂੰਨ ਆ ਉਹ ਆਪਾਂ ਨੂੰ ਵੈਸੇ ਹੀ ਮਾਰ ਦੂਗਾ ਜੀ। ਇਹ ਠੰਡਾਂ ਤਾਂ ਬਹੁਤ ਛੋਟੀ ਚੀਜ਼ ਹੈ ਜੀ। ਜਿਸ ਮੋਰਚੇ ਦੀ ਅਗਵਾਈ ਪਰਮਾਤਮਾ ਵਾਹਿਗੁਰੂ ਆਪ ਕਰ ਰਿਹਾ ਹੋਵੇ, ਉੱਥੇ ਕੋਈ ਆਪਣਾ ਜ਼ਮੀਰ ਵੇਚ ਕੇ ਅਜਿਹਾ ਹੋ ਹੀ ਨਹੀਂ ਸਕਦਾ, ਤੇ ਜੇਕਰ ਅਜਿਹਾ ਕੋਈ ਨਿਕਲਿਆ ਉਹ ਇੱਥੋਂ ਬਚ ਕੇ ਨਿਕਲ ਜੇ, ਉਹ ਵੀ ਮੁਮਕਿਨ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਹਾਂ। ਅੱਜ ਅਸੀਂ ਤਿੱਕਰੀ ਬਾਰਡਰ ਦੇ ਉੱਤੇ ਹਾਂ, ਤੇ ਆਹ ਜਿਹੜੀ ਤੁਸੀਂ ਪਿੱਛੇ ਦੀਵਾਰ ਦੇਖ ਰਹੇ ਹੋ, ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਇੱਧਰਲੇ ਪਾਸਿਓਂ ਜ਼ੂਮ ਕਰਕੇ ਦਿਖਾਉਣ। ਇਹ ਕਹਿ ਸਕਦੇ ਹਾਂ ਕਿ ਇਸ ਸੰਘਰਸ਼ ਦੀ ਪਹਿਲੀ ਪੱਕੀ ਕੰਧ ਦਿੱਲੀ ਦੀ ਹਿੱਕ ਉੱਤੇ ਤਿਆਰ ਕੀਤੀ ਗਈ ਹੈ, ਤੇ ਕਿੱਦਾਂ ਹੋਈ ਇਹ ਕੰਧ ਤਿਆਰ ਉਹ ਵੀ ਤੁਹਾਨੂੰ ਦੱਸਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਪਾਲ ਖਰੋੜ ਵੀਰ ਦਾ। ਆਪਣਾ ਫਰਜ਼ ਸੇਵਾ ਸੁਸਾਇਟੀ ਲਚਕਾਣੀ ਪਿੰਡ ਵਿੱਚ ਚੱਲ ਰਹੀ ਹੈ। ਇਹ ਸੇਵਾ ਪਰਮਾਤਮਾ ਨੇ ਇਹਨਾਂ ਵੀਰਾਂ ਨੂੰ ਦਿੱਤੀ ਹੈ, ਜਿਹਨਾਂ ਨੂੰ ਮੈਂ ਹਮੇਸ਼ਾ ਕਹਿੰਦਾ ਕਿ ਬਾਬੇ ਨਾਨਕ ਦੇ ਇਹ ਦੂਤ ਨੇ, ਜਿਹੜੇ ਉਹਨਾਂ ਮਾਦਾ ਰੱਖਦੇ ਨੇ ਕਿ ਕਿਸੇ ਦੇ ਜ਼ਖਮ ਸਾਫ਼ ਕਰਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਦੇਣਾ, ਜਿਹਨਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਨੂੰ ਛਾਤੀਆਂ ਲਾ ਕੇ ਉਹਨਾਂ ਨੂੰ ਇੱਕ ਸਤਿਕਾਰ, ਇੱਕ ਪਿਆਰ, ਇੱਕ ਆਤਮ ਸਨਮਾਨ ਦੀ ਜ਼ਿੰਦਗੀ ਜੀਣਾ ਸਿਖਾਉਣਾ। ਉਹ ਕੁਝ ਅਜਿਹੇ ਵੀਰ ਪਾਲ ਖਰੋੜ ਹੋਵੇ ਜਾਂ ਮਿੰਟੂ ਵੀਰ ਹੋਵੇ ਜਾਂ ਬਾਬਾ ਦੀਪ ਸਿੰਘ ਸੇਵਾ ਦਲ ਦੇ ਸਿੰਘ ਹੋਣ। ਪਾਲ ਖਰੋੜ ਵੀਰ ਨਾਲ ਗੱਲ ਕਰਦੇ ਤੇ ਜਾਣਦੇ ਹਾਂ ਕਿ ਆਖਿਰ ਇਹ ਜਿਹੜੀ ਕੰਧ, ਪੱਕੀ ਕੰਧ ਪਹਿਲੀ ਖੜੀ ਹੋਈ ਹੈ ਇਸ ਬਾਰਡਰ ਦੇ ਉੱਤੇ, ਕਿੱਦਾਂ ਖੜੀ ਹੋਈ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਕੰਧ ਦੀ ਗੱਲ ਆ ਵੀਰ ਜੀ, ਅਸੀਂ ਨਾ ਜਦੋਂ ਇੱਥੇ ਲੰਗਰ ਦੀ ਸੇਵਾ ਤੁਹਾਨੂੰ ਪਤਾ ਪਿਛਲੇ 1 ਮਹੀਨੇ ਤੋਂ ਚੱਲ ਰਹੀ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਤੇ ਜਦੋਂ ਮੀਂਹ ਆਇਆ ਜੀ, ਤੇ ਮੀਂਹ ਇੰਨਾ ਕੁ ਤੇਜ਼ ਸੀਗਾ ਜੀ, ਜਿਹੜੇ ਟਰੈਲੀਆਂ ਦੇ ਵਿੱਚ ਸੀਗੇ ਵੀਰ ਉਹ ਤਾਂ ਸੇਫ ਸੀਗੇ ਬਿਲਕੁਲ, ਉਹਨਾਂ ਦੇ ਪਰ ਪਾਣੀ ਨਹੀਂ ਗਿਆ ਅੰਦਰ ਜੀ। ਪਰ ਜਿਹੜੇ ਅਸੀਂ ਜਿੱਦਾਂ ਇੱਦਾਂ ਟੈਂਟ ਦੇ ਵਿੱਚ ਸੀਗੇ ਤਾਂ ਸਾਡੇ ਅੰਦਰ ਰਾਸ਼ਨ ਦੀ ਵੀ ਥੋੜ੍ਹੀ ਜਿਹੀ ਪ੍ਰੋਬਲਮ ਆਈ, ਖਰਾਬ ਹੋਣ ਦੀ, ਕੱਪੜੇ ਵੀ ਆ, ਦਰੀਆਂ ਵੀ ਖਰਾਬ ਹੋ ਗਈਆਂ ਸੀਗੀਆਂ। ਤਾਂ ਅਸੀਂ ਪਹਿਲੀ ਰਾਤ ਤਾਂ ਨਾ ਵੀਰਾ ਜੀ ਜਿੱਦਾਂ ਡੰਡੇ ਲਾ ਕੇ ਜੀ ਕੱਢਤਾ, ਡੰਡਿਆਂ ਨਾਲ ਕੱਢਦੇ ਰਹੇ ਪਾਣੀ, ਉੱਪਰ ਪਾਣੀ ਇਕੱਠਾ ਹੋ ਇਹਨਾਂ ਦੀ ਕੱਢ ਦਿੰਦੇ ਸੀਗੇ। ਤੇ ਦੂਜੀ ਰਾਤ ਅਸੀਂ ਸੋਚਿਆ ਵੀ ਕਿਉਂ ਨਾ ਸੰਗਤ ਨੂੰ ਦਿਖਾਈ ਜਾਵੇ ਵੀ ਜਿਹੜੇ ਨੌਜਵਾਨਾਂ ਨੂੰ ਸਾਨੂੰ ਬਦਨਾਮ ਕੀਤਾ ਜਾਂਦਾ ਪੰਜਾਬੀਆਂ ਨੂੰ ਵੀ ਇਹ ਗਲਤ ਇਨਸਾਨ ਨੇ, ਤੇ ਉਹਨਾਂ ਨੂੰ ਦਿਖਾਈਏ ਵੀ ਕਿੱਦਾਂ ਸੰਘਰਸ਼ ਵੀ ਲੜ ਸਕਦੇ ਹਾਂ ਅਸੀਂ। ਤੇ ਅਸੀਂ ਉਹ ਵੀਡੀਓ ਲਾਈਵ ਕੀਤੀ, ਤੇ ਉਹ ਵੀਡੀਓ ਲਾਈਵ ਨੂੰ ਦੇਖਦੇ ਹੋਏ ਤਾਂ ਹਰਿਆਣੇ ਤੋਂ ਵੀਰ ਸਾਡੇ ਕੋਲੇ ਆਏ। ਤਾਂ ਉਹਨਾਂ ਨੇ ਕੀ ਕੀਤਾ, ਜਿਹੜੇ ਆਪਣੇ ਘਰ ਦੀ ਕੰਧ ਹੁੰਦੀ ਹੈ ਜੀ, ਜਿੱਦਾਂ ਆਪਣੇ ਘਰ ਦੀ ਬਾਉਂਡਰੀ ਜਿਹੜੀ ਪੱਕੀ ਬਾਉਂਡਰੀ ਆ, ਉਹਦੇ ਉੱਪਰੋਂ ਇਹ ਇੱਟਾਂ ਸਾਨੂੰ ਉਤਾਰ ਕੇ ਇੱਕ ਟਰੈਲੀ ਦੇ ਵਿੱਚ ਜਿੰਨੀਆਂ ਆਈਆਂ ਉਨੀਆਂ ਇੱਟਾਂ ਦੀ ਟਰੈਲੀ ਭਰ ਕੇ ਸਾਡੇ ਕੋਲ ਲੈ ਆਏ। ਸਾਨੂੰ ਉਹਨਾਂ ਨੇ ਕਾਲ ਕੀਤੀ, ਉਹ ਕਹਿੰਦੇ ਅਸੀਂ ਤੁਹਾਨੂੰ ਇਹ ਇੱਟਾਂ ਫ੍ਰੀ ਦੇ ਕੇ ਜਾਵਾਂਗੇ, ਵੀ ਤੁਸੀਂ ਘਬਰਾਓ ਨਾ, ਇੱਕ ਤੁਹਾਨੂੰ ਕਮਰਾ ਫ੍ਰੀ ਬਣਾ ਕੇ ਦੇ ਕੇ ਜਾਵਾਂਗੇ ਇਕੱਲੇ ਰਾਸ਼ਨ ਲਈ। ਪਰ ਜਦੋਂ ਉਰੇ ਸਾਡੇ ਕੋਲ ਆਏ ਉਹ, ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹ ਸ਼ੈੱਡ ਆ ਵੀਰ ਜੀ, ਫਿਰ ਅਸੀਂ ਸੰਗਤ ਦੇ ਸਾਥ ਨਾਲ 97,000 ਰੁਪਏ ਲੱਗਿਆ ਤੇ ਉਹ ਬਣ ਗਿਆ। ਪਰ ਹੁਣ ਤੱਕ ਦੀ ਇਹ ਨਾ ਜੀ ਸੰਘਰਸ਼ ਦੀ ਪਹਿਲੀ ਜਿਹੜੀ ਕੰਧ ਆ, ਇਹ ਕਹਿ ਸਕਦੇ ਨੇ ਜਿਹਦੇ ਤੇ ਇੱਟਾਂ ਲੱਗੀਆਂ ਨੇ, ਹਾਲੇ ਤੱਕ ਕਿਤੇ ਇੱਟਾਂ ਨਹੀਂ ਲੱਗੀਆਂ ਜੀ। ਏਦਾਂ ਸਾਨੂੰ ਹਰਿਆਣੇ ਵਾਲੇ ਵੀਰਾਂ ਨੇ ਇਹ ਇੱਟਾਂ ਸਾਨੂੰ ਪਹੁੰਚਦੀਆਂ ਕੀਤੀਆਂ ਸੀਗੀਆਂ ਜੀ। ਤੇ ਕਿਉਂਕਿ ਇਸੇ ਤਰ੍ਹਾਂ ਜਿਹੜਾ ਕਿਸਾਨ ਭਵਨ ਉਹ ਵੀ ਤੁਹਾਨੂੰ ਦਿਖਾਇਆ ਸੀ ਕਿ ਹਲੇ ਤਾਂ ਕਿਸਾਨ ਭਵਨ ਉੱਥੇ ਕਹਿੰਦੇ ਨੇ ਕਿ ਹਲੇ ਪੱਕਾ ਬਣਾਉਣਾ ਸ਼ੁਰੂ ਕੀਤਾ ਹੈ, ਤੇ ਜੇਕਰ 26 ਤਰੀਕ ਤੋਂ ਪਹਿਲਾਂ ਸਰਕਾਰ ਨਾ ਮੰਨੀ ਤਾਂ ਉਹਨਾਂ ਨੇ ਕਿਸਾਨ ਭਵਨ ਤੇ ਕੋਂਡਲੀ ਮੋਰਚੇ ਦੇ ਉੱਤੇ ਲੈਂਟਰ ਵੀ ਪਾ ਦੇਣਾ ਹੈ। ਤੇ ਕੁਛ ਉਸੇ ਤਰੀਕੇ ਦਾ ਨਜ਼ਾਰਾ ਇੱਧਰ ਵੀ ਤਿੱਕਰੀ ਬਾਰਡਰ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਹਰਿਆਣੇ ਦੇ ਵੀਰ ਆ ਕੇ ਇੱਟਾਂ ਦੇ ਕੇ ਜਾਂਦੇ ਨੇ, ਕਿਉਂਕਿ ਜਦੋਂ ਮੀਂਹ ਪਿਆ ਸੀਗਾ ਤਾਂ ਬਹੁਤ ਨੁਕਸਾਨ ਹੋਇਆ ਸੀ, ਰਾਸ਼ਨ ਵੀ ਬਹੁਤ ਗਿੱਲਾ ਹੋਇਆ ਸੀ, ਕੱਪੜੇ ਬਹੁਤ ਗਿੱਲੇ ਹੋਏ ਸੀ। ਤੇ ਇਹ ਪਰਮਾਤਮਾ ਦੀ ਜਿਹੜੀ ਕਲਾ ਵਰਤ ਰਹੀ ਹੈ, ਇਸ ਦੇ ਵਿੱਚ ਤੁਸੀਂ ਜਿੰਨਾ ਆਪਣਾ ਯੋਗਦਾਨ ਪਾਓਗੇ, ਜਿੰਨਾ ਸਹਿਯੋਗ ਦਵੋਗੇ, ਤੁਸੀਂ ਆਪਣਾ ਨਾਮ ਖੁਦ, ਆਪਣੇ ਪਰਿਵਾਰ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਾਓਗੇ। ਪਰ
ਇਹ ਹੁਣ ਜਿੱਥੇ ਆ ਕੇ ਮੋਰਚਾ ਫਸ ਰਿਹਾ ਹੈ, ਸਰਕਾਰਾਂ ਜਿੱਥੇ ਉਲਝ ਰਹੀਆਂ ਨੇ, ਸਰਕਾਰਾਂ ਜਾਂ ਕਹਿ ਸਕਦੇ ਹਾਂ ਕਿ ਜਿਹੜੀ ਲੋਲੀਪੌਪ ਦੇਣ ਦੀਆਂ ਕਿਸਾਨ ਜਥੇਬੰਦੀਆਂ ਨੂੰ ਕੋਸ਼ਿਸ਼ ਕਰ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਹੈ ਕਿ 26 ਤਰੀਕ ਨੂੰ ਕੀ ਹੋਣ ਵਾਲਾ ਹੈ? ਦੇਖੋ 26 ਦਾ ਵੀਰ ਜੀ ਅਸੀਂ ਪਹਿਲਾਂ ਵੀ ਕਿਹਾ ਵੀ ਜਾਂ ਤਾਂ 26 ਕਿਸਾਨਾਂ ਲਈ ਜਾਂ ਆਪਣੇ ਲਈ ਨੁਕਸਾਨਦਾਇਕ ਹੈ ਜਾਂ ਸਰਕਾਰ ਲਈ, ਪਰ ਅਸੀਂ ਕਿਤੇ ਗੁਜ਼ਾਰਿਸ਼ ਕਰਦੇ ਹਾਂ ਵੀ ਜਿੱਦਾਂ ਭੰਨ ਤੋੜ ਦੀ ਕੋਈ ਗੱਲ ਚੱਲ ਰਹੀ ਹੈ ਨਾ ਵੀ ਭੰਨ ਦਾਂਗੇ ਤੋੜ ਦਾਂਗੇ ਜਾਂ ਕੋਈ ਵੀ ਚੀਜ਼, ਵੀ ਅਸੀਂ ਚਾਹੁੰਦੇ ਹਾਂ ਭੰਨ ਤੋੜ ਕਰਨ ਨਾਲ ਜੇ ਕੋਈ ਮਸਲਾ ਹੱਲ ਹੁੰਦਾ ਨਾ ਤਾਂ ਆਪਾਂ ਹੁਣ ਸਾਰੀ ਦਿੱਲੀ ਭੰਨ ਦਿੰਦੇ ਹਾਂ ਜੀ, ਸਾਰੀ ਉਹ ਭੰਨ ਦਿੰਦੇ ਹਾਂ ਜੀ, ਆਪਣੇ ਕੋਲ ਸਾਰੇ ਔਜ਼ਾਰ ਹੈਗੇ। ਸਾਡੀ ਬੇਨਤੀ ਆ ਵੀ ਇਹ ਭੰਨਣ ਦੇ ਨਾਲ ਕੋਈ ਹੱਲ ਨਹੀਂ ਹੋਣਾ ਕਿਸੇ ਚੀਜ਼ ਨੂੰ। ਜਿੱਦਾਂ ਆਪਾਂ ਸੋਚਦੇ ਹਾਂ ਵੀ ਟਰੈਕਟਰ ਤਿਆਰ ਕਰਾ ਲਏ, ਠੀਕ ਆ, ਉਹ ਨੌਜਵਾਨਾਂ 'ਚ ਜੋਸ਼ ਆ, ਬੜੇ ਵਧੀਆ ਤਰੀਕੇ ਨਾਲ ਆਪਾਂ 26 ਜਨਵਰੀ ਨੂੰ ਪ੍ਰੋਟੈਸਟ, 26 ਜਨਵਰੀ ਨੂੰ ਆਵਾਜ਼ ਦੁਨੀਆ ਤੱਕ ਪਹੁੰਚਾਉਣੀ ਆ, ਪਰ ਸਾਡੀ ਬੇਨਤੀ ਹੈ ਵੀ ਭੰਨ ਤੋੜ ਨਾ ਕੀਤੀ ਜਾਵੇ। ਤੁਸੀਂ ਪੁੱਛਿਆ ਵੀ ਲੱਗਦਾ ਕੀ ਹੋਊਗਾ, ਹਰ ਇੱਕ ਇਨਸਾਨ ਦੇ ਵੀਰਾ ਜੀ ਮਨ ਦੇ ਵਿੱਚ ਸਵਾਲ ਆ ਵੀ ਇਹ ਚੱਲੂਗਾ ਕਦੋਂ ਤੱਕ, ਤੇ 26 ਜੇ ਲੰਘ ਗਈ ਤਾਂ ਫਿਰ ਕਿੰਨਾ ਲੰਬਾ ਚੱਲੂਗਾ ਜਾਂ ਕਦੋਂ ਖਤਮ ਹੋਊਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਸਰਕਾਰਾਂ ਦੇ ਮਨ ਦਾ ਭੁਲੇਖਾ ਵੀ ਜਿੰਨਾ ਲੰਬਾ ਚੱਲੂ ਉਨਾ ਕਮਜ਼ੋਰ ਹੋਊਗਾ, ਸਾਨੂੰ ਇਹ ਲੱਗਦਾ ਜੀ ਵੀ ਜਿੰਨਾ ਲੰਬਾ ਚੱਲੂ ਉਨਾ ਮਜ਼ਬੂਤ ਹੋਊਗਾ। ਹੁਣ ਸਰਕਾਰਾਂ ਨੂੰ ਚਾਹੀਦਾ ਵੀ ਇਹ ਹੁਣ ਮੰਨ ਲੈਣਾ ਚਾਹੀਦਾ, ਇਹ ਅੜਵਾਈ ਛੱਡ ਦੇਣੀ ਚਾਹੀਦੀ ਹੈ ਜੀ, ਕਿਉਂਕਿ ਜਿਹੜੇ ਕਿਸਾਨਾਂ ਲਈ ਕਾਨੂੰਨ ਬਣਾਇਆ ਗਿਆ, ਜਦੋਂ ਉਹੀ ਕਿਸਾਨ ਦੁਖੀ ਨੇ ਤਾਂ ਫਿਰ ਉਹ ਕਾਨੂੰਨ ਰੱਖ ਕੇ ਕੀ ਕਰਨਾ ਜੀ, ਸਮਝ ਤੋਂ ਬਾਹਰ ਆ ਵੀ ਇਹ ਜਿਹੜੀ ਇਹ ਵੀਰਾ ਜੀ ਇੱਕ ਸੋਚ ਚੱਲ ਰਹੀ ਹੈ ਜੀ। ਇਹ ਅੱਜ ਕਹਿੰਦੇ ਨੇ ਇੱਕ ਆਧਾਰ ਕਾਰਡ, ਇੱਕ ਬੋਲੀ, ਇੱਕ ਧਰਮ ਤੇ ਲਿਆ ਕੇ ਗੱਲ ਮੁਕਾਉਣੀ ਹੈ ਇਹਨਾਂ ਨੇ। ਤੁਸੀਂ ਕਹੋ ਨਾ ਇਹ ਸਾਰੀ ਜਿਹੜੀ ਚੱਕੀ ਆ ਨਾ ਉੱਥੇ ਚੱਲ ਰਹੀ ਹੈ, ਇਹਨਾਂ ਨੇ ਇੱਕ ਧਰਮ ਤੇ ਲਿਆ ਕੇ ਖੜਾਉਣੀ ਹੈ ਗੱਲ। ਬਿਲਕੁਲ, ਪਰ ਪਰਵੀਰ ਉਧਰ ਦੂਜੇ ਪਾਸੇ ਇਹ ਤਾਂ ਹੈ ਨਾ ਕਿ ਇਹ ਇੱਕ ਐਜੂਕੇਸ਼ਨ ਪਾਲਿਸੀ ਤੇ ਨਹੀਂ ਆਉਂਦੇ ਜੀ। ਇਦਾਂ ਹੀ ਵੀ ਦੇਖੋ ਵੀਰ ਜੀ, ਇਹ ਆਪਣੀ ਜਿਹੜੀ ਚਾਲ ਹੈ ਨਾ ਇਹ ਸਹੀ ਤਰੀਕੇ ਨਾਲ ਚੱਲ ਰਹੇ ਨੇ, ਪਰ ਲੋਕਾਂ ਦੇ ਨਾ ਜਿਵੇਂ ਕਹਿੰਦੀ ਆਪਾਂ ਗੇੜ 'ਚ ਘੱਟ ਆ ਰਹੀ ਆ, ਜਿੱਦਾਂ ਲੋਕਾਂ ਦੇ ਸਮਝ 'ਚ ਨਹੀਂ ਆ ਰਹੀ ਅੱਧੇ। ਹੁਣ ਜਿੱਦਾਂ ਸੰਤ ਜਰਨੈਲ ਸਿੰਘ ਪਿੰਡ ਵਾਲੇ ਕਹਿੰਦੇ ਹੁੰਦੇ ਸੀ ਵੀ ਤੁਸੀਂ ਭਾਈ ਗੁਲਾਮ ਹੋ, ਤੁਸੀਂ ਆਪਣੇ ਹੱਕ ਲਵੋ। ਅੱਜ ਆਪਾਂ ਆਪਣੇ ਹੱਕ ਲੈਣ ਲਈ ਬੈਠੇ ਨਾ ਇੱਥੇ। ਹੱਕ ਲੈਣੇ ਯਾਰ ਮੰਗਣੇ ਕੋਈ ਗੁਨਾਹ ਨਹੀਂ ਹੈਗਾ ਜੀ, ਪਰ ਆਪਾਂ ਨੂੰ ਤਾਂ ਇਹ ਹੁਣ ਦੇਖੋ ਇੱਕ ਜਿਹੜਾ ਆਪਾਂ ਨੂੰ ਪੰਜਾਬੀ ਆਪਾਂ ਪੰਜਾਬ ਤੋਂ ਇੱਥੇ ਆਏ ਤੇ ਆਪਾਂ ਨੂੰ ਤਾਂ ਇਹ ਬੜਾ ਬਦਨਾਮ ਕਰ ਦਿੰਦੇ ਤੇ ਖਾਲਿਸਤਾਨੀ ਨੇ, ਇਹ ਆਹ ਨੇ। ਹੁਣ ਅੱਜ ਅਸੀਂ ਸ਼ਾਹਜਹਾਂਪੁਰ ਵਾਲੇ ਬਾਰਡਰ ਦੇ ਉੱਪਰ ਜਾ ਕੇ ਆਏ ਜੀ, ਜਿਹੜਾ ਜੈਪੁਰ ਵਾਲਾ ਹਾਈਵੇ ਆ, ਉੱਥੇ ਕਾਫੀ ਕਿਸਾਨ ਬੈਠੇ ਨੇ, ਉੱਥੇ ਵੈਸਟ ਬੰਗਾਲ ਤੋਂ ਵੀ ਆਏ ਹੋਏ ਨੇ, ਸਾਨੂੰ ਭਾਸ਼ਾ ਦੀ ਸਮਝ ਲੱਗੀ, ਕੁਝ ਰਾਜਸਥਾਨ ਤੋਂ ਨੇ, ਕੁਝ ਹਰਿਆਣੇ ਤੋਂ ਨੇ, ਉੱਥੇ ਹਰ ਇੱਕ ਜਗ੍ਹਾ ਤੋਂ ਇਨਸਾਨ ਆ ਕੇ ਬੈਠੇ ਹੋਏ ਨੇ। ਅਸੀਂ ਅੱਜ ਉੱਥੇ ਗਏ ਸੀ ਦੇਖਣ ਵੀ ਜਿਹੜਾ ਟਿੱਕਰੀ ਬਾਰਡਰ ਦੇ ਉੱਪਰ ਵੀ ਲੰਗਰ ਉਰੇ ਚੱਲੇ ਰਿਹਾ, ਵੀ ਆਪਾਂ ਉੱਥੇ ਵੀ ਜਿਹੜਾ ਕਿਸਾਨਾਂ ਨੂੰ ਸਹੂਲਤ ਦਈਏ, ਕੁਝ ਵਾਸ਼ਰੂਮ ਬਣਾ ਕੇ ਦਈਏ ਜਾਂ ਕੁਝ ਵੀ ਪ੍ਰਸ਼ਾਦੇ ਦੀ ਸੇਵਾਵਾਂ ਕਰ ਸਕੀਏ। ਅਸੀਂ ਅੱਜ ਜਾ ਕੇ ਆਏ, ਗੁਰੂ ਸਾਹਿਬ ਕਿਰਪਾ ਕਰਨਗੇ, ਪਰ ਉੱਥੇ ਜਿਹੜੇ ਬੈਠੇ ਨੇ ਉਹ ਕੌਣ ਨੇ ਜੀ। ਸਾਡੀ ਬੇਨਤੀ ਇਹ ਗੁਜ਼ਾਰਿਸ਼ ਹੈ ਸਰਕਾਰ ਅੱਗੇ ਵੀ ਇਸ ਚੀਜ਼ ਨੂੰ ਮੰਨ ਲੈਣਾ ਚਾਹੀਦਾ। ਹੁਣ ਇੰਨੀ ਆਕੜ ਤਾਂ ਨਾ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ, ਕਹਿੰਦੇ ਇੰਨੀ ਆਕੜ ਮੁਰਦਿਆਂ 'ਚ ਹੁੰਦੀ ਹੈ, ਵੀ ਇੰਨੀ ਆਕੜ ਹੁੰਦੀ ਵੀ ਮਾੜੀ ਆ, ਪਰ ਹੁਣ ਮੰਨ ਲੈਣੀ ਚਾਹੀਦੀ ਹੈ। ਕਿਉਂਕਿ ਹੁਣ ਸਾਰਾ ਦੇਖੋ ਬੀਜੇਪੀ ਵਾਲਾ, ਪਰ ਇੱਕ ਨਾ ਇੱਥੇ ਵੀਰ ਜੀ ਮੈਂ ਲੀਡਰਾਂ ਦੀ ਗੱਲ ਸਾਂਝੀ ਕਰ ਦੇਣਾ ਕਿ ਸਾਡੀ ਬੇਨਤੀ ਆ ਵੀ ਇਹਨਾਂ ਨੂੰ ਆਪਾਂ ਜ਼ਰੂਰ ਪਿੰਡਾਂ 'ਚ ਜ਼ਰੂਰ ਇਹਨਾਂ ਦਾ ਬਾਈਕਾਟ ਕਰੀਏ। ਸਰਪੰਚੀ ਤੋਂ ਲੈ ਕੇ ਜਿਹੜਾ ਇਹਨਾਂ ਦੀ ਚਾਪਲੂਸੀ ਕਰੂਗਾ ਨਾ, ਦੇਖੋ ਕੁੱਟ ਮਾਰਨੀ ਕਿਸੇ ਨੂੰ ਮਾਰਨਾ ਨਹੀਂ ਹੈਗਾ, ਆਪਣਾ ਮਾਰਨਾ ਕੰਮ ਨਹੀਂ ਹੈਗਾ, ਆਪਣਾ ਬਚਾਉਣਾ ਕੰਮ ਆ। ਮਾਰਨ ਵਾਲੇ ਕੰਮ ਇਹਨਾਂ ਦੇ ਨਹੀਂ, ਕਿਉਂਕਿ ਆਪਾਂ ਨੂੰ ਇਹ ਮਾਰ ਰਹੇ ਨੇ ਜੀ। ਵੀ ਆਪਾਂ ਇਹਨਾਂ ਦਾ ਬਾਈਕਾਟ ਕਰੀਏ, ਇਹਨਾਂ ਨੂੰ ਘੇਰੀਏ, ਪੁੱਛੀਏ, ਇਹਨਾਂ ਨੂੰ ਸਵਾਲ ਪੁੱਛੀਏ ਵੀ ਤੁਸੀਂ ਕਿਹੜੀ ਸਰਕਾਰ ਦੇ ਨਾਲ ਚੱਲ ਰਹੇ ਹੋ, ਕਿਹੜੀ ਬੀਜੇਪੀ ਦਾ। ਦੇਖੋ ਖਾਸ ਕਰਕੇ ਹੈ ਨਾ ਅੱਜ ਕੱਲ੍ਹ ਨੌਜਵਾਨ ਹਰਿਆਣੇ ਦੇ ਵਿੱਚ ਵੀ ਕਾਫੀ ਕੁਝ ਹੈ ਨਾ ਧੰਨ ਤੋੜ ਹੋਈ ਆ, ਜਾਂ ਲੀਡਰਾਂ ਨੂੰ ਘੇਰ ਵੀ ਰਹੇ ਨੇ। ਪਰ ਸਾਡੀ ਬੇਨਤੀ ਆ ਆਪਾਂ ਇਸ ਚੀਜ਼ ਨੂੰ ਜ਼ਰੂਰ ਤਾਕੜੇ ਹੋ ਕੇ ਲੜੀਏ, ਜਿਹੜੇ ਲੀਡਰ ਨੇ ਇਹਨਾਂ ਨੂੰ ਜ਼ਰੂਰ ਘੇਰੀਏ, ਕਿਉਂਕਿ ਇਹਨਾਂ ਨੂੰ ਪਤਾ ਲੱਗੇ ਵੀ ਜਦ ਪਿੰਡਾਂ 'ਚ ਅਸੀਂ ਵੜਾਂਗੇ ਤਾਂ ਇਹੀ ਨੌਜਵਾਨ ਸਾਡੀ ਬਾਂਹ ਫੜਨਗੇ ਜੀ, ਜਿਨ੍ਹਾਂ ਨੂੰ ਅਸੀਂ ਉਰੇ ਤੰਗ ਕਰ ਰਹੇ ਹਾਂ। ਬਿਲਕੁਲ ਕਿਉਂਕਿ ਅਗਰ ਅਸੀਂ ਗੱਲ ਕਰਦੇ ਹਾਂ ਕਿ ਜਿੱਦਾਂ ਆਧਾਰ ਕਾਰਡ ਸਾਰੀਆਂ ਆਈਡੀਜ਼ ਖਤਮ ਕਰਕੇ ਇੱਕ ਆਧਾਰ ਕਾਰਡ ਬਣਾਇਆ, ਉੱਦਾਂ ਹੀ ਅਗਰ ਸਰਕਾਰਾਂ ਦੀ ਨੀਅਤ ਚੰਗੀ ਹੁੰਦੀ ਨਾ, ਇੱਕ ਐਜੂਕੇਸ਼ਨ ਪਾਲਿਸੀ ਬਣਾਉਂਦੀ ਜਿੱਥੇ ਸੰਤਰੀ ਮੰਤਰੀ ਦਾ ਪੁੱਤ ਪੜ੍ਹਦਾ ਉੱਥੇ ਹੀ ਦਾ ਪੁੱਤ ਵੀ ਪੜ੍ਹਦਾ, ਪਰ ਇਹ ਕਦੇ ਵੀ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੀ ਗੰਦੀ ਰਾਜਨੀਤੀ ਦੀ ਰਣਨੀਤੀ ਉੱਥੇ ਹੀ ਖਤਮ ਹੋ ਜਾਂਦੀ ਹੈ ਜੇਕਰ ਇੱਕ ਐਜੂਕੇਸ਼ਨ ਪਾਲਿਸੀ ਪੂਰੇ ਭਾਰਤ ਦੇ ਵਿੱਚ ਲਾਗੂ ਹੁੰਦੀ। ਪਰ ਹੁਣ ਇਹ ਪਰਮਾਤਮਾ ਨੇ ਜਿਹੜੀ ਕਲਾ ਵਰਤਾਈ ਹੈ, ਇਸ ਦੇ ਵਿੱਚੋਂ ਅਸੀਂ ਬਹੁਤ ਪ੍ਰਾਪਤੀਆਂ ਕਰਦੀਆਂ ਨੇ। ਜਿਹੜੀਆਂ ਨੌਜਵਾਨ ਪੀੜ੍ਹੀਆਂ ਨੂੰ ਬਦਨਾਮ ਨਸ਼ੇੜੀ ਕਹਿ ਕੇ ਕੀਤਾ ਗਿਆ ਸੀ, ਉਹੀ ਨੌਜਵਾਨ ਪੀੜ੍ਹੀਆਂ ਆਪਣਾ ਸਿੱਕਾ ਮਨਾ ਰਹੀਆਂ ਨੇ ਦਿੱਲੀ ਦੀ ਟਿੱਕ ਤੇ ਬਹਿ ਕੇ ਤੇ ਪੁੱਛ ਰਹੀਆਂ ਨੇ ਇਹਨਾਂ ਸਰਕਾਰਾਂ ਤੋਂ ਵੀ ਦੱਸ ਤੂੰ ਮੰਨਣਾ ਜਾਂ ਨਹੀਂ ਮੰਨਣਾ। ਜਿਸ ਜ਼ਿੱਦ ਤੇ ਅੜੀ ਹੈ ਤੇ ਤੇਰੀ ਜ਼ਿੱਦ ਅਸੀਂ ਤੋੜਨਾ ਜਾਣਦੇ ਹਾਂ। ਹੁਣ ਪੂਰੇ ਜਿੰਨੀ ਸੰਗਤ ਆ ਕੇ ਬੈਠੇ ਨੇ, ਤੁਸੀਂ ਦੇਖਦੇ ਹੋ ਠੰਡ ਬਹੁਤ ਪੈਣੀ ਸ਼ੁਰੂ ਹੋ ਗਈ ਆ। ਇੱਥੇ 8 ਵਜੇ ਰਾਤਾਂ ਕੱਟਣੀਆਂ ਅਹਿਸਾਸ ਕਰਵਾਉਂਦੀਆਂ ਨੇ ਉਸ ਵੇਲੇ ਦਾ, ਜਦੋਂ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਰਾਤਾਂ ਬਿਤਾਉਂਦੇ ਹੋਣਗੇ। ਮਾਤਾ ਗੁਜਰ ਕੌਰ ਠੰਡੇ ਬੁਰਜ ਦੇ ਵਿੱਚ ਰਾਤਾਂ ਬਿਤਾਉਂਦੀ ਹੋਣਗੀ, ਕਿਉਂਕਿ
ਇਹ ਇਤਿਹਾਸ ਹੰਢਾਇਆ ਹੈ, ਇਹ ਇਤਿਹਾਸ ਸਾਨੂੰ ਸਾਡੇ ਬਜ਼ੁਰਗਾਂ ਨੇ ਪੜ੍ਹਾਇਆ ਹੈ ਤੇ ਇਹ ਇਤਿਹਾਸ ਅੱਜ ਮੁੜ ਇਸ ਗੰਦੀ ਹਕੂਮਤ ਨੇ ਦੁਹਰਾਇਆ। ਦੇਖੋ ਵੀਰੇ ਜੀ, ਜਿਵੇਂ ਨਾ ਹੁਣ ਇਹ ਸ਼ਹੀਦ ਕਰਨ ਵਾਲੇ ਪਾਸੇ ਨੇ ਜੀ, ਆਪਾਂ ਸ਼ਹੀਦੀਆਂ ਦੇਣ ਵਾਲੇ ਪਾਸੇ ਆ ਨਾ। ਆਪਣੇ ਬਜ਼ੁਰਗ ਕੰਧਾਂ ਦੇ ਵਿੱਚ ਖੜ ਗਏ, ਆਪਣੇ ਭਰਾ ਕੰਧਾਂ ਦੇ ਵਿੱਚ ਖੜ ਗਏ। ਜਦੋਂ ਤੁਸੀਂ ਗੱਲ ਕੀਤੀ ਬੁੱਢੇ ਬੁੱਢ ਦੀ, ਜੇ ਆਪਣੇ ਜਿਹੜੇ ਬਜ਼ੁਰਗ ਨੇ ਨਾ ਜੇ ਉਹ ਉੱਥੇ ਨੀਹਾਂ 'ਚ ਖੜ ਗਏ ਨਾ ਤਾਂ ਆਪਣੀਆਂ ਨੀਹਾਂ ਮਜ਼ਬੂਤ ਕਰ ਗਏ, ਤਾਂ ਹੀ ਆਪਾਂ ਡੋਲਦੇ ਨਹੀਂ ਹੈਗੇ, ਤਾਂ ਹੀ ਆਪਾਂ ਇਹ ਰਾਤਾਂ ਤੋਂ ਘਬਰਾਉਂਦੇ ਨਹੀਂ ਹੈਗੇ। ਬੇਸ਼ੱਕ ਇਹ ਗੱਲ ਅਸੀਂ ਕਬੂਲਦੇ ਹਾਂ ਵੀ ਇਹ ਚੀਜ਼ਾਂ ਕੱਟਣੀਆਂ ਔਖੀਆਂ ਨੇ। ਇੱਥੇ ਵਾਸ਼ਰੂਮ ਦੀ ਤਕਲੀਫ ਠੰਡ ਦੇ ਵਿੱਚ ਤੁਸੀਂ ਸਾਰੇ ਸਮਝ ਸਕਦੇ ਹੋ, ਪਰ ਇਹ ਬੰਦੇ ਆਪਣੇ ਮੰਨੇ ਨਹੀਂ ਰਹੇ। ਕੋਈ ਠੰਡ ਕੋਈ ਵੀ ਠੰਡ ਨਹੀਂ, ਜੋਸ਼ ਹੀ ਇੰਨਾ ਜ਼ਿਆਦਾ, ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਜਿਹੜੀ ਪਾਵਰ ਦਿੱਤੀ ਨਾ ਜੀ, ਉਹ ਪਾਵਰ ਸਾਨੂੰ ਕਿੱਥੇ ਡੋਲਣ ਦਿੰਦੀ ਹੈ ਜੀ। ਉਹ ਬਹੁਤ ਛੋਟੀਆਂ ਚੀਜ਼ਾਂ ਨੇ, ਇਹ ਤਾਂ ਉਹ ਨੇ ਜਿਹੜੇ ਕੰਧਾਂ 'ਚ ਚਿਣਦੇ ਨੇ ਤੇ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਉੱਦਾਂ ਦੇ ਬਣਾਉਣਗੇ ਜਿਹੜੇ ਸਾਨੂੰ ਉਹ ਸਿੱਧਕੀ ਬਣਾਉਣਗੇ। ਕਿਉਂਕਿ ਗੱਲ ਇਹ ਹੈ ਨਾ ਵੀ ਸਾਨੂੰ ਗੁਰੂ ਪਾਤਸ਼ਾਹ ਸਿੱਧਕੀ ਬਣਾਉਣ, ਅਸੀਂ ਇੱਦਾਂ ਦੀ ਮੁਸੀਬਤ ਤੋਂ ਨਾ ਡੋਲੀਏ ਤੇ ਸੰਘਰਸ਼ ਨੂੰ ਜਿੱਤ ਕੇ ਜਾਵਾਂਗੇ। ਕਿਉਂਕਿ ਸੰਘਰਸ਼ ਲੰਬਾ ਹੋਈ ਜਾ ਰਿਹਾ। ਕੋਈ ਵੀ ਨੌਜਵਾਨ ਕਿਸੇ ਵੀ ਗੱਲ ਤੋਂ ਡੋਲਣ ਨਾ, ਕੋਈ ਮਨ 'ਚ ਗਲਤ ਵਿਚਾਰ ਨਾ ਆਵੇ ਵੀ ਪਤਾ ਨਹੀਂ ਸੰਘਰਸ਼ 'ਚੋਂ ਕੋਈ ਨਿਕਲਣਾ ਨਹੀਂ, ਇਹ ਲੰਬਾ ਹੋ ਜੂਏ, ਇੱਦਾਂ ਹੋ ਜੂ, ਬਦਨਾਮ ਹੋ ਜੂ। ਕੁਝ ਨਹੀਂ ਹੁੰਦਾ ਵੀਰਾ ਜੀ, ਇਹ ਤੋਂ ਜਿੱਤ ਹੀ ਮਿਲੂਗੀ। ਕਿਉਂਕਿ ਆਪਾਂ ਬੈਠੇ ਬਹੁਤ ਵੱਡੀ ਜਗ੍ਹਾ 'ਤੇ ਆ, ਨਹੀਂ ਕੋਈ ਛੋਟੀ ਜਗ੍ਹਾ 'ਤੇ ਨਹੀਂ ਬੈਠੇ। ਕਿਤੇ ਹੋਰ ਪੰਜਾਬ 'ਚ ਬੈਠੇ ਹੁੰਦੇ ਬੈਠੇ ਰਹਿੰਦੇ, ਤਾਂ ਹੀ ਤਾਂ ਆਪਾਂ ਨੂੰ ਗਰਾਊਂਡ ਦਿੰਦੇ ਸੀ। ਉਹ ਦਿੱਲੀ ਵਾਲੇ ਵੀ ਉੱਥੇ ਬੈਠੇ ਰਹਿਣਗੇ, ਕੁੰਡਾ ਲਾ ਦਿਆ ਕਰਾਂਗੇ, ਦਿਨ 'ਚ ਖੋਲ੍ਹ ਦਿਆ ਕਰਾਂਗੇ, ਰਾਤ ਨੂੰ ਕੁੰਡਾ ਲਾ ਦਿਆ ਕਰਾਂਗੇ। ਪਰ ਨਹੀਂ, ਆਪਾਂ ਬਹੁਤ ਵੱਡੀ ਜਗ੍ਹਾ 'ਤੇ ਬੈਠੇ ਹਾਂ ਜੀ। ਇੱਥੋਂ ਆਪਾਂ ਨੂੰ ਜਿੱਤ ਹਾਸਲ ਹੋਊਗੀ ਜੇ ਆਪਣਾ ਕੋਈ ਵੀ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜਾਂ ਕੋਈ ਵੀ ਲੀਡਰ ਨਾ ਖਰਾਬੀ ਕਰੇ, ਨਾ ਵਿਕੇ, ਸੱਚਾਈ ਤੇ ਹਰ ਇੱਕ ਇਨਸਾਨ ਚੱਲੇ ਤੇ ਨੌਜਵਾਨ ਸਾਰੇ ਕੈੜੇ ਹੋਣ ਵੀ ਨਾ ਵਿਕਣ ਦਈਏ, ਤਾਂ ਇਹ ਤੋਂ ਜਿੱਤ ਕਿਉਂ ਨਹੀਂ ਹੋਊਗੀ? ਜਿੱਤ ਹੋਊਗੀ ਆਪਣੀ ਪੱਕੀ। ਇਹ ਜਿਹੜੀਆਂ ਠੰਡਾਂ ਨੇ ਤਾਂ ਕੁਝ ਵੀ ਚੀਜ਼ ਨਹੀਂ ਹੈਗੀ ਜੀ, ਕਿਉਂਕਿ ਜਿਹੜੀਆਂ ਆਪਣਾ ਕਾਨੂੰਨ ਆ ਉਹ ਆਪਾਂ ਨੂੰ ਵੈਸੇ ਹੀ ਮਾਰ ਦੂਗਾ ਜੀ। ਇਹ ਠੰਡਾਂ ਤਾਂ ਬਹੁਤ ਛੋਟੀ ਚੀਜ਼ ਹੈ ਜੀ। ਬਿਲਕੁਲ ਪਾਲਵੀਰ, ਮੈਂ ਇਹ ਤਾਂ ਕਹਿਣਾ ਚਾਹਾਂਗਾ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਚਾਹੇ ਇਸ ਵੇਲੇ ਵਿਕਣ ਦਾ ਸੋਚ ਵੀ ਲੈਣ, ਉਹ ਚਾਹ ਕੇ ਵੀ ਵਿਕ ਨਹੀਂ ਸਕਦੇ, ਕਿਉਂਕਿ ਉਹਨਾਂ ਨੂੰ ਰੱਬ ਨੇ ਆਪ ਹੀ ਇੰਨਾ ਕੀ ਕਸੂਤਾ ਫਸਾ ਦਿੱਤਾ ਹੈ। ਜੇ ਉਹ ਚਾਹਣ ਵੀ ਆਪਣਾ ਸੌਦਾ ਕਰਨ ਵਾਸਤੇ ਜ਼ਮੀਨ ਵੇਚਣ ਦਾ ਸੋਚ ਸਕਣ ਤਾਂ ਆਵਾਮ ਨੂੰ ਦੇਖ ਕੇ ਉਹਨਾਂ ਦੇ ਦਿਲ ਦੇ ਅੰਦਰ ਇੱਕ ਅਜਿਹਾ ਡਰ ਬੈਠ ਜਾਂਦਾ ਹੈ ਕਿ ਇਹਨਾਂ ਮੋਰਚਿਆਂ ਤੋਂ ਬਾਹਰ ਤੱਕ ਨਹੀਂ ਨਿਕਲਣ ਦੇਣਾ, ਪਿੰਡ ਤੱਕ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਕਿਸੇ ਨੇ ਆਪਣਾ ਜ਼ਮੀਰ ਵੇਚਿਆ। ਤੇ ਜਿਸ ਮੋਰਚੇ ਦੀ ਅਗਵਾਈ ਪਰਮਾਤਮਾ ਵਾਹਿਗੁਰੂ ਆਪ ਕਰ ਰਿਹਾ ਹੋਵੇ, ਉੱਥੇ ਕੋਈ ਆਪਣਾ ਜ਼ਮੀਰ ਵੇਚ ਕੇ ਅਜਿਹਾ ਹੋ ਹੀ ਨਹੀਂ ਸਕਦਾ। ਤੇ ਜੇਕਰ ਅਜਿਹਾ ਕੋਈ ਨਿਕਲਿਆ, ਉਹ ਇੱਥੋਂ ਬਚ ਕੇ ਨਿਕਲ ਜੇ, ਉਹ ਵੀ ਮੁਮਕਿਨ ਨਹੀਂ ਹੈ। ਪਰ ਨੌਜਵਾਨੀ ਜਿਹੜੀ ਆਪ ਹਮਾਰੇ ਇੱਥੇ ਆਈ ਹੈ, ਤੇ ਬਹੁਤ ਸਾਰੇ ਨੌਜਵਾਨ ਅਜਿਹੇ ਦੇਖੇ ਨੇ ਜਿਹੜੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਆਦੀ ਸੀ, ਇੱਥੇ ਆ ਕੇ ਉਹ ਨਸ਼ਾ ਛੱਡ ਚੁੱਕੇ। ਤੇ ਭਾਈ ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ ਵਾਲੇ, ਉਹਨਾਂ ਨੇ ਇੱਕ ਸਿੰਘ ਨੂੰ ਅੰਮ੍ਰਿਤ ਵੀ ਛਕਾਇਆ। ਤੁਹਾਨੂੰ ਨਹੀਂ ਲੱਗਦਾ ਇਹ ਜਿਹੜੀ ਕਲਾ ਵਰਤ ਰਹੀ ਹੈ, ਇਹ ਜਿਹੜਾ ਖਿੰਡਿਆ ਹੋਇਆ ਪੰਜਾਬ ਸੀ, ਜਿਹੜਾ ਟੁੱਟਿਆ ਹੋਇਆ ਪੰਜਾਬ ਸੀ, ਜਿਹੜਾ ਸੁੱਤਾ ਹੋਇਆ ਪੰਜਾਬ ਸੀ, ਜਿਹੜੇ ਮਰੀ ਹੋਈ ਪੰਜਾਬੀਅਤ ਸੀ, ਉਸ ਨੂੰ ਜਗਾ ਰਿਹਾ ਹੈ। ਮੁੜ ਸਾਨੂੰ ਜਿਹੜਾ ਇੱਕ ਅਸਲ ਪੰਜਾਬੀ ਸੂਬਾ ਸੀ, ਖਿੜੀ ਹੋਈ ਹਰੀ ਪੰਜਾਬੀ ਨਹੀਂ ਸੀ, ਉਸ ਨੂੰ ਸਾਨੂੰ ਲੈ ਕੇ ਆ ਰਿਹਾ ਹੈ। ਇਹ ਕਲਾ ਵਰਤ ਸਾਡੇ ਬਜ਼ੁਰਗਾਂ ਨੂੰ ਸਾਡੇ ਨਾਲ ਮਿਲਾ ਰਹੇ। ਦੇਖੋ ਬਿਲਕੁਲ ਵੀਰ ਜੀ, ਤੁਹਾਡੀ ਬਹੁਤ ਸਿਆਣੀ ਗੱਲ ਹੈ ਜੀ। ਹੁਣ ਅਸੀਂ ਇਹ ਵੀਰ ਜੀ ਹੋਣੀ ਸੋਥੇ ਪਿੰਡ ਤੋਂ ਨੇ, ਸੋਥਾ ਪਿੰਡ ਹੈ ਜੀ ਮੁਕਤਸਰ ਦਾ। ਜੇਕਰ ਉਹਨੇ ਤੁਸੀਂ ਕਿਹਾ ਨਾ ਵੀ ਮਿਲਾ ਰਹੇ ਨੇ, ਪ੍ਰੇਮ ਬਹੁਤ ਜ਼ਿਆਦਾ ਵੱਧ ਰਿਹਾ। ਅਸੀਂ ਇਹਨਾਂ ਨੂੰ ਜਾਣਦੇ ਨਹੀਂ ਸੀਗੇ, ਪਰ ਸਾਡਾ ਬਹੁਤ ਵਧੀਆ ਪ੍ਰੇਮ ਹੋ ਸਕਦਾ। ਅਸੀਂ ਅੱਗੇ ਵੀ ਸੰਘਰਸ਼ ਤੋਂ ਬਾਅਦ ਵੀ ਵਰਤੀ ਹੈ ਇੱਕ ਦੂਜੇ ਨਾਲ। ਇਹ ਤੇ ਪਿਆਰ ਇਹ ਵਧਿਆ ਜੀ। ਜਦੋਂ ਤੁਸੀਂ ਨਸ਼ੇ ਦੀ ਗੱਲ ਕੀਤੀ ਆ, ਨਸ਼ਾ ਵੀਰ ਜੀ ਇੱਕ ਵਿਚਾਰ ਆ। ਸਾਡੇ ਇੱਕ ਭਰਾ ਨੇ ਉਹ ਕਹਿੰਦੇ ਹੁੰਦੇ ਨਸ਼ਾ ਇੱਕ ਵਿਚਾਰ ਆ, ਉਹ ਆਪਣੇ ਦਿਮਾਗ ਦਾ ਵਿਚਾਰ ਆ। ਜਿਹੜਾ ਵਿਚਾਰ ਹੁਣ ਮੰਨ ਲਓ ਦਿਮਾਗ 'ਚ ਆ ਗਿਆ ਕਿਸੇ ਦੇ, ਆਪਾਂ ਉਹਨੂੰ ਕਹੀਏ ਤੂੰ 6 ਮਹੀਨੇ ਸੈਂਟਰ 'ਚ ਰਹਿ, ਉਹਦੇ ਵਿਚਾਰ ਨਹੀਂ ਮਾਰ ਸਕਦੇ। ਨਸ਼ਾ ਇੱਕ ਵਿਚਾਰ ਆ, ਪਰ ਆਪਾਂ ਉਸ ਚੀਜ਼ ਨੂੰ, ਉਹ ਜਿਹੜੇ ਵਿਚਾਰ ਨੇ ਨਾ, ਦੇਖੋ ਵੀ ਚੰਗੀ ਵਿਚਾਰਧਾਰਾ ਦੇ ਨਾਲ ਲੋਕ ਜੁੜ ਗਏ। ਹੁਣ ਮੈਨੂੰ ਉਰੇ ਆ ਕੇ ਕਿੰਨਾ ਕੁਛ ਸਿੱਖਣ ਨੂੰ ਮਿਲਿਆ, ਤਾਂ ਉਹ ਚੀਜ਼ਾਂ ਨਾਲ ਪ੍ਰੇਮ ਵੀ ਵਧਿਆ ਹਰ ਇੱਕ ਇਨਸਾਨ ਦਾ। ਤੇ ਜਿਹੜਾ ਤੁਸੀਂ ਪੁਰਾਣੇ ਪੰਜਾਬ ਦੀ ਗੱਲ ਕੀਤੀ ਆ, ਵਾਕਈ ਸਾਨੂੰ ਦੇਖਣ ਨੂੰ ਲੱਗਦਾ ਵੀ ਹੋ ਸਕਦਾ ਇੱਦਾਂ ਦਾ ਹੋਵੇ ਪੁਰਾਣਾ ਪੰਜਾਬ, ਕਿਉਂਕਿ ਉਰੇ ਨਾ ਤਾਂ ਕਿਸੇ ਨੂੰ ਬੈਰ ਆ ਨਾ ਵਿਰੋਧ ਆ। ਕੁਛ ਗਲਤੀਆਂ ਹਰੇਕ ਟੱਬਰ 'ਚ ਹੁੰਦੀਆਂ ਨੇ, ਸਾਰੇ ਟੱਬਰਾਂ 'ਚ ਇੱਕੋ ਜਿਹੇ ਨਹੀਂ ਬੰਦੇ ਹੁੰਦੇ, ਕੋਈ ਕਿੱਦਾਂ ਦੇ ਕੋਈ ਕਿੱਦਾਂ ਦੇ। ਪਰ ਇਹ ਬੜਾ ਵਧੀਆ ਮਾਹੌਲ ਚੱਲ ਰਿਹਾ। ਇੰਨੇ ਜ਼ਿਆਦਾ ਲੋਕੀ ਇਕੱਠੇ ਰੱਖਣੇ, ਇਹਨੂੰ ਕੋਈ ਕਲਾ ਹੀ ਰੱਖ ਪਾ ਰਹੀ ਆ। ਨਹੀਂ ਤਾਂ ਆਪਾਂ ਤੁਸੀਂ ਯਕੀਨ ਮੰਨੋ, ਆਪਣਾ 200 ਬੰਦੇ ਦਾ ਇਕੱਠ ਹੁੰਦਾ ਵਿਆਹ 'ਚ, ਤਾਂ 2 ਬੰਦੇ ਦਾ ਲੜਾਈ ਪੈ ਜਾਂਦੀ ਆ। ਕਿਤੇ ਵੀ ਤੁਸੀਂ ਦੇਖ ਲਓ, ਚਾਹੇ ਕੋਈ ਰੈਲੀ ਆ, ਉੱਥੇ ਲੜਾਈ ਪੈਣੀ ਆ। ਮੇਲਾ, ਕੋਈ ਸਿੰਗਰ ਲੱਗਿਆ, ਕੋਈ ਕੁਛ ਲੱਗਿਆ, ਤੇ ਉਹ ਇਹ ਚੀਜ਼ ਇੱਥੇ ਪ੍ਰੇਮ ਇੰਨਾ ਜ਼ਿਆਦਾ ਵੱਧ ਚੁੱਕਿਆ ਇਸ ਚੀਜ਼ ਨੂੰ। ਇਹਨਾਂ ਨੇ ਜਿਹੜਾ ਇਕੱਠੇ ਰੱਖਿਆ ਵਾ ਨਾ, ਉਹ ਭਗਵਾਨ ਨੇ ਰੱਖਿਆ ਵਾ, ਕਿਸੇ ਕਲਾ ਨੇ ਰੱਖਿਆ ਵਾ। ਦੇਖੋ ਕੋਈ ਵੀ ਪ੍ਰੋਬਲਮ ਨਹੀਂ ਇੱਥੇ ਆ ਰਹੀ। ਟਿੱਕਰੀ ਬਾਰਡਰ 'ਤੇ ਤਾਂ ਆਪਾਂ ਪਹਿਰਾ ਵੀ ਨਹੀਂ ਲਾਉਂਦੇ, ਉੱਧਰ ਤਾਂ ਪਹਿਰਾ ਲੱਗਦਾ ਨਾ। ਸਿੰਘੂ ਬਾਰਡਰ 'ਤੇ ਤਾਂ ਪਹਿਰਾ ਵੀ ਨਹੀਂ ਲੱਗਦਾ, ਫਿਰ ਵੀ ਸਾਰਾ ਅਨੁਸ਼ਾਸਨ ਚੱਲੀ ਜਾ ਰਿਹਾ ਜੀ। ਬਿਲਕੁਲ।
ਤੇ ਨਾਲ ਹੀ ਸੰਗਤ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਅਸੀਂ ਵੀ ਜਦੋਂ ਆਉਂਦੇ ਹਾਂ ਵੀਰ ਨੂੰ ਫੋਨ ਕਰਕੇ ਜਾਂ ਬਾਬਾ ਦੀਪ ਸਿੰਘ ਸੇਵਾ ਦਲ ਦੇ ਸਿੰਘ ਹੈਗੇ ਉਹਨਾਂ ਨੂੰ ਫੋਨ ਕਰਕੇ ਹਮੇਸ਼ਾ ਆਉਂਦੇ ਹਾਂ ਕਿ ਜੋ ਵੀ ਜ਼ਰੂਰਤੀ ਸਮਾਨ ਵੈਸੇ ਤਾਂ ਪਰਮਾਤਮਾ ਦੇ ਦਿੱਤੀ ਹਰ ਚੀਜ਼ ਇੱਥੇ ਅਵੇਲੇਬਲ ਹੈ, ਕਿਸੇ ਚੀਜ਼ ਦੀ ਘਾਟ ਨਹੀਂ, ਪਰ ਫਿਰ ਵੀ ਕਈ ਚੀਜ਼ਾਂ ਛੋਟੀਆਂ ਮੋਟੀਆਂ ਹੁੰਦੀਆਂ ਨੇ ਜਿਹਦੀ ਲੋੜ ਹਮੇਸ਼ਾ ਰਹਿੰਦੀ ਹੈ। ਇਸ ਲਈ ਗੁਰਦੁਆਰਿਆਂ ਮੰਦਰਾਂ ਦੇ ਵਿੱਚ ਜਾ ਕੇ ਮੱਥੇ ਟੇਕਣ ਜਾਂ ਉਹਨਾਂ ਗੋਲਕਾਂ ਦੇ ਵਿੱਚ ਪੈਸਾ ਭੇਟਾ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਉਹ ਕਿੱਥੇ ਖੁੱਲ੍ਹਦੀਆਂ ਨੇ ਤੁਸੀਂ ਬਾਖੂਬ ਜਾਣਦੇ, ਉਹ ਗਰੀਬ ਤੱਕ ਪਹੁੰਚਦਾ ਹੀ ਨਹੀਂ ਹੈ ਪੈਸਾ। ਪਰ ਹਾਂ, ਅਗਰ ਤੁਸੀਂ ਉਸ ਪਰਮਾਤਮਾ ਦੇ ਦਰ 'ਤੇ ਆਪਣਾ ਦਸਵੰਧ ਲਾਉਣਾ ਚਾਹੁੰਦੇ ਹੋ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਅਜਿਹੀਆਂ ਸੰਸਥਾਵਾਂ ਦੇ ਨਾਲ, ਅਜਿਹੀਆਂ ਸੁਸਾਇਟੀਜ਼ ਦੇ ਨਾਲ ਜ਼ਰੂਰ ਸੰਪਰਕ ਰੱਖਿਆ ਕਰੋ। ਸਕਰੀਨ ਉੱਤੇ ਨੰਬਰ ਹੁਣ ਵੀ ਚੱਲ ਰਿਹਾ ਹੋਵੇਗਾ, ਤੁਸੀਂ ਸਿੱਧਾ ਡਾਇਰੈਕਟਲੀ ਸੰਪਰਕ ਕਰ ਸਕਦੇ ਹੋ। ਲਚਕਾਣੀ ਪਿੰਡ ਦੇ ਵਿੱਚ ਆਪਣਾ ਵਰਤ ਸੇਵਾ ਸੁਸਾਇਟੀ ਦਾ ਇੱਕ ਸਵਰਗ ਬਣਿਆ ਹੈ, ਜਿੱਦਾਂ ਭਾਈ ਗੁਰਪ੍ਰੀਤ ਸਿੰਘ ਮਿੰਟੂ ਦਾ ਲੁਧਿਆਣਾ ਦੇ ਵਿੱਚ ਸਵਰਗ ਬਣਾਇਆ ਹੋਇਆ ਉਹਨਾਂ ਨੇ, ਤੇ ਉਸੇ ਤਰੀਕੇ ਗੜਦੀਵਾਲ ਵਾਲੇ ਜਿਹੜੇ ਸਿੰਘ ਨੇ, ਮਨਜੋਤ ਵੀਰ ਨੇ, ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ। ਤੇ ਇਹ ਕੁਝ ਅਜਿਹੀਆਂ ਸੰਸਥਾਵਾਂ ਨੇ। ਖਾਲਸਾ ਏਡ ਇੱਕ ਅਜਿਹੀ ਸੰਸਥਾ ਹੈ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ, ਤੇ ਉਸੇ ਲਕਸ਼ੇ ਕਦਮ ਦੇ ਉੱਤੇ ਆਹ ਨੌਜਵਾਨ ਸਾਡੇ ਸਿੰਘ ਤੁਰੇ ਹੋਏ ਨੇ ਜਿਹੜੇ ਮਨੁੱਖਤਾ ਨੂੰ ਇੱਕ ਚੰਗੀ ਸੂਰਤ ਦੇ ਵਿੱਚ ਤਰਾਸ਼ ਰਹੇ ਨੇ। ਮਨੁੱਖਤਾ ਦਾ ਇੱਕ ਚੰਗਾ ਰੂਪ, ਇੱਕ ਅਸਲ ਨਜ਼ਰੀਆ ਦੁਨੀਆ ਦੇ ਸਾਹਮਣੇ ਪੇਸ਼ ਕਰ ਰਹੇ ਨੇ, ਕਿਉਂਕਿ ਇਹ ਨਜ਼ਰੀਆ ਅਸੀਂ ਭੁੱਲ ਗਏ ਸੀ। ਸਾਨੂੰ ਮਨੁੱਖਤਾ ਦੀ ਸੂਰਤ ਭੁੱਲ ਗਈ ਸੀ। ਅਸੀਂ ਸਿਰਫ ਮਤਲਬੀ ਹੋ ਕੇ ਆਪਣੇ ਆਪ ਬਾਰੇ ਸੋਚਦੇ ਸੀ ਕਿ ਦੂਜਾ ਮਰਦਾ ਹੈ ਮਰ ਜੇ, ਦੂਜੇ ਦੇ ਕੀੜੇ ਪਏ ਨੇ ਪਏ ਰਹਿਣ, ਅਸੀਂ ਸੁਖੀ ਹਾਂ, ਸਾਡੀ ਥਾਲੀ ਭਰੀ ਹੈ, ਅਸੀਂ ਖੁਸ਼ ਹਾਂ। ਪਰ ਅੱਜ ਇਹਨਾਂ ਵੀਰਾਂ ਨੇ, ਇਹਨਾਂ ਨੌਜਵਾਨਾਂ ਨੇ ਕਿਤੇ ਨਾ ਕਿਤੇ ਉਹ ਚੀਜ਼ ਸਾਬਿਤ ਕੀਤੀ ਹੈ ਕਿ ਬਾਬੇ ਨਾਨਕ ਦੇ ਫਲਸਫੇ ਉੱਤੇ ਅਸੀਂ ਅੱਜ ਵੀ ਤੁਰ ਸਕਦੇ ਹਾਂ, ਅੱਜ ਵੀ ਪਹਿਰਾ ਦੇ ਸਕਦੇ ਹਾਂ। ਕਹਿ ਸਕਦੇ ਹਾਂ ਕਿ ਬਾਬੇ ਨਾਨਕ ਨੇ ਇਹ ਆਪਣੇ ਦੂਤ ਭੇਜੇ ਨੇ ਕਿ ਉਹਨਾਂ ਦਾ ਫਲਸਫਾ ਜਿਉਂਦਾ ਰਹੇ ਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਵੀ ਮਿਸਾਲ ਬਣ ਸਕਣ। ਪਰ ਮੈਂ ਇਹੀ ਬੇਨਤੀ ਕਰਾਂਗਾ ਕਿ ਅਸੀਂ ਵੀ ਅਗਰ ਆਪਣਾ ਦਸਵੰਧ ਕੱਢਦੇ ਹਾਂ ਤੇ ਮੱਥਾ ਟੇਕਣਾ ਚਾਹੁੰਦੇ ਹਾਂ ਤਾਂ ਅਸੀਂ ਵੀ ਆਪਣੇ ਤਿਲ ਫੁੱਲ ਜਿੰਨੀ ਕਿ ਉਸ ਪਰਮਾਤਮਾ ਨੇ ਖਸ਼ਮਤਾ ਬਖਸ਼ੀ ਹੈ ਅਜਿਹੀਆਂ ਸੰਸਥਾਵਾਂ ਦੇ ਨਾਲ ਜੁੜ ਕੇ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪੈਸੇ ਦਾ ਦਾਨ ਨਹੀਂ ਕਰਨਾ ਤੁਸੀਂ ਨਾ ਕਰੋ, ਲਿਸਟਾਂ ਹਰ ਚੀਜ਼ ਦੀਆਂ ਤੁਹਾਡੇ ਕੋਲ ਅਵੇਲੇਬਲ ਹੁੰਦੀਆਂ ਨੇ, ਫੋਨ ਕਰਕੇ ਪੁੱਛ ਸਕਦੇ ਹੋ ਕਿਹੜੀ ਚੀਜ਼ ਦੀ ਲੋੜ ਹੈ। ਅਸੀਂ ਵੀ ਹਮੇਸ਼ਾ ਪੁੱਛਦੇ ਹਾਂ, ਜੋ ਚੀਜ਼ ਜਿੰਨੀ ਤੁਹਾਡੇ ਅੰਦਰ ਖਸ਼ਮਤਾ ਹੈ, ਜਿੰਨੀ ਕੁਆਂਟੀਟੀ 'ਚ ਲੈ ਕੇ ਆ ਸਕਦੇ ਹੋ ਉਨੀ ਲੈ ਕੇ ਆਓ, ਤੁਹਾਡੀ ਰੂਹ ਨੂੰ ਵੀ ਸਕੂਨ ਮਿਲੇਗਾ, ਨਾਲੇ ਉਸ ਦਰ 'ਤੇ ਹਾਜ਼ਰੀ ਵੀ ਲੱਗ ਜਾਏਗੀ। ਕਿਉਂਕਿ ਇੱਥੇ ਜਿਹੜੀ ਕਲਾ ਵਰਤ ਰਹੀ ਹੈ, ਇੱਥੇ ਜੋ ਵੀ ਚੀਜ਼ਾਂ ਤੁਸੀਂ ਲਿਆਂਦੀਆਂ ਉਹ ਉਸ ਪਰਮਾਤਮਾ ਦੇ ਲੇਖੇ ਹੀ ਲੱਗਣਗੀਆਂ, ਤੇ ਸੰਗਤ ਹਜ਼ਾਰਾਂ ਦੇ ਹਿਸਾਬ ਨਾਲ, ਲੱਖਾਂ ਦੇ ਹਿਸਾਬ ਦੇ ਨਾਲ ਲੰਗਰ ਛਕ ਕੇ ਰੋਜ਼ਾਨਾ ਜਾਂਦੀ। ਤੇ ਅੰਤ ਦੇ ਵਿੱਚ ਮੈਂ ਇਹੀ ਪਾਲ ਕਰਨਾ ਚਾਹਾਂਗਾ ਕਿ ਦੇਸ਼ ਵਿਦੇਸ਼ ਦੀ ਜਿਹੜੀ ਸੰਗਤ ਹੈ ਉਹਨਾਂ ਦੇ ਜ਼ਹਿਨ ਦੇ ਵਿੱਚ ਬੜੀਆਂ ਐਕਸਪੈਕਟੇਸ਼ਨਸ ਨੇ ਇਸ ਮੋਰਚੇ ਨੂੰ ਲੈ ਕੇ ਕਿ ਇੱਕ ਨਵੀਂ ਸਿਆਸਤ ਸ਼ਾਇਦ ਪੰਜਾਬ ਨੂੰ ਮਿਲੇਗੀ ਇਸ ਮੋਰਚੇ ਦੀ ਜਿੱਤ ਤੋਂ ਬਾਅਦ। ਸ਼ਾਇਦ ਅਗੰਤੀ ਜਿਹੜੀ ਸਿਆਸਤ ਹੈਗੀ ਹੈ, ਚਾਹੇ ਕਾਂਗਰਸ ਹੋ ਗਿਆ, ਅਕਾਲੀ ਭਾਜਪਾ ਹੋ ਗਈ, ਜਾਂ ਝਾੜੂ ਦੀ ਸਿਆਸਤ ਕਰਨ ਵਾਲੇ ਹੋ ਗਏ, ਇਹਨਾਂ ਨੂੰ ਦਰਕਿਨਾਰ ਕਰਕੇ ਪੰਜਾਬ ਨੂੰ ਹੁਣ ਨੌਜਵਾਨਾਂ ਦੀ ਇੱਕ ਨਵੀਂ ਖੇਤਰੀ ਪਾਰਟੀ ਮਿਲੇਗੀ। ਦੀਪ ਸਿੱਧੂ ਵਰਗੇ ਨੌਜਵਾਨ ਅੱਗੇ ਆਉਣਗੇ ਜਿਹੜੇ ਮੋਰਚੇ ਸਾਂਭਣਗੇ। ਤੁਸੀਂ ਕੀ ਸੋਚਦੇ ਹੋ? ਦੇਖੋ ਵੀਰ ਜੀ, ਸਿਆਸਤ ਮਾੜੀ ਚੀਜ਼ ਨਹੀਂ ਹੈਗੀ ਜੀ, ਪਰ ਸਿਆਸਤ ਜੇ ਸਹੀ ਤਰੀਕੇ ਨਾਲ ਚੱਲੇ। ਜੇ ਸਿਆਸਤ ਉਹੀ ਕੁਛ ਕਰਨੇ ਨੇ, ਪੈਸੇ ਖਾਣੇ ਨੇ, ਗਰੀਬਾਂ ਨੂੰ ਮਾਰਨਾ, ਗਰੀਬਾਂ ਦੇ ਹੱਕ ਜਿਹੜੇ ਤੁਸੀਂ ਕਹਿ ਸਕਦੇ ਹੋ ਮਾਰਨੇ ਨੇ, ਤਾਂ ਫਿਰ ਉਹ ਸਿਆਸਤ ਨਾ ਹੀ ਨਿਕਲੇ। ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਅੱਗੇ ਵੀ ਇੱਥੋਂ ਸਿਆਸਤੀ ਬੰਦਾ ਉਹੀ ਨਿਕਲੇ ਜਿਹਦੇ ਗੁਰੂ ਦੀ ਕਿਰਪਾ ਹੋਵੇ, ਜਿਹੜਾ ਇਮਾਨਦਾਰ ਹੋਵੇ। ਜਦੋਂ ਤੁਸੀਂ ਦੀਪ ਸਿੱਧੂ ਦੀ ਗੱਲ ਕੀਤੀ ਹੈ, ਜੇ ਉਹ ਬੰਦੇ ਦੇ ਮਨ ਦੇ ਵਿੱਚ ਕੋਈ ਕਰਪਟ ਜਾਂ ਕੋਈ ਮਨ ਦੇ ਵਿੱਚ ਗਲਤ ਵਿਚਾਰ ਆਣਾ ਤਾਂ ਉਹ ਅੱਜ ਹੀ ਦੁਨੀਆ ਦੇ ਸਾਹਮਣੇ ਆ ਜਾਣਾ ਚਾਹੀਦਾ ਜੀ। ਗੁਰੂ ਸਾਹਿਬ ਕਿਰਪਾ ਕਰਨ ਵੀ ਜੇ ਤੋਂ ਸਿਆਸਤ ਨਿਕਲੇ ਤਾਂ ਫਿਰ ਉਹੀ ਨਿਕਲੇ ਜਿਹਨੂੰ ਗੁਰੂ ਸਾਹਿਬ ਆਪ ਹੱਥ ਦੇ ਕੇ ਚਲਾਉਣ ਤੇ ਉਹ ਦੁਨੀਆ ਦਾ ਭਲਾ ਕਰ ਸਕਣ ਜੀ, ਨਹੀਂ ਤਾਂ ਨਾ ਨਿਕਲੇ ਜੀ। ਪਰ ਜੇ ਨਿਕਲਦੀ ਆ, ਨੌਜਵਾਨ ਅੱਗੇ ਆਉਣਗੇ, ਨੌਜਵਾਨ ਕੁਛ ਤਾਂ ਅੱਗੇ ਕਰਕੇ ਹੀ ਦਿਖਾਉਣਗੇ। ਦੇਖੋ ਆਪਾਂ ਉਹ ਕਹਿੰਦੇ ਬੁੱਢੇ ਠੇਰੇ ਜਿਹੜੇ ਹੁੰਦੇ ਨੇ ਨਾ, ਮਾਫੀ ਚਾਹੁੰਦਾ ਵੈਸੇ ਮੈਂ ਸ਼ਬਦ ਯੂਜ਼ ਕਰ ਰਹੇ ਹਾਂ, ਪਰ ਹੁਣ ਆਪਾਂ ਬਜ਼ੁਰਗਾਂ ਨੂੰ ਆਪਣਿਆਂ ਨੂੰ ਵਢਿਆ ਦਈਏ ਮੰਜਿਆਂ ਤੇ। ਹੁਣ ਬਾਰੀ ਆਪਣੀ ਆ ਸਿਆਸਤ ਕਰਨ ਦੀ ਵੀ, ਲੜਨ ਦੀ ਵੀ, ਆਪਣੇ ਹੱਕ ਲੈਣ ਦੀ ਵੀ, ਭੀਖ ਮੰਗਣ ਦੀ ਨਹੀਂ ਆਪਣੀ ਬਾਰੀ ਹੈਗੀ ਜੀ। ਹੁਣ ਆਪਾਂ ਕਿਸੇ ਨੂੰ ਕਹੀਏ ਵੀ ਸਾਡੇ ਝੋਲੀ 'ਚ ਸਾਡੇ ਕਾਨੂੰਨ ਪਾ ਦਿਓ, ਜਾਂ ਸਾਡੀਆਂ ਫਸਲਾਂ ਮੋੜ ਦਿਓ, ਜਾਂ ਸਾਡੀ ਜ਼ਮੀਨਾਂ ਮੋੜ ਦਿਓ, ਨਹੀਂ। ਹੁਣ ਬਾਰੀ ਆਪਣੇ ਹੱਕ ਲੈਣ ਦੀ ਜੀ। ਹੁਣ ਹੱਕ ਆਪਾਂ ਸਿਆਸਤ ਨਾਲ ਲੈਣੇ ਨੇ, ਆਪਣੀ ਸੋਚ ਨਾਲ ਲੈਣੇ ਨੇ, ਆਪਣੀ ਕਲਮ ਨਾਲ ਲੈਣੇ ਨੇ, ਲੜ ਕੇ ਲੈਣੇ ਨੇ। ਉਹ ਨੌਜਵਾਨ ਸੋਚੂਗਾ ਜੀ, ਗੁਰੂ ਸਾਹਿਬ ਕਿਰਪਾ ਕਰਨਗੇ। ਬਾਕੀ ਅਸੀਂ 22 ਨੰਬਰ ਪੋਲ ਤੇ ਹਾਂ ਜੀ, ਟਿੱਕਰੀ ਬਾਰਡਰ ਦੇ ਉੱਪਰ ਅਸੀਂ 22 ਨੰਬਰ ਪੋਲ ਤੇ ਹਾਂ ਜੀ। ਪਿਛਲੇ 1 ਮਹੀਨੇ ਤੋਂ ਪਲੱਸ ਇੱਥੇ ਸੇਵਾ ਚੱਲ ਰਹੀ ਆ। ਜਿੱਦਾਂ ਵੀਰ ਜੀ ਨੇ ਕਿਹਾ ਉੱਦਾਂ ਸਾਡੇ ਕੋਲ ਤੁਸੀਂ ਆਉਂਦੇ ਜਾਂਦੇ ਖੜ ਕੇ ਜਾਇਆ ਕਰੋ। 26 ਤਰੀਕ ਤੱਕ ਬਹੁਤ ਵੱਡਾ ਭਾਰੀ ਇਕੱਠ ਹੋ ਰਿਹਾ, ਸਾਰੇ ਨੌਜਵਾਨ ਪਹੁੰਚਣ। ਪਰ ਜੇ 10-15 ਬੀਬੀਆਂ ਨੇ ਰਹਿਣ ਦਾ ਅਰੇਂਜਮੈਂਟ ਸਾਡੇ ਕੋਲੇ ਕਰਨਾ ਹੋਵੇ, ਸਾਡੇ ਕੋਲੇ ਪੱਕਾ ਸ਼ੈੱਡ ਪਿਆ ਵਾ ਜੀ 1 ਲੱਖ ਰੁਪਏ ਦਾ ਖਰਚਾ ਕਰਕੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ, ਤਾਂ 10-15 ਬੀਬੀਆਂ ਸਾਡੇ ਕੋਲ ਆ ਕੇ ਰਹਿ ਸਕਦੀਆਂ ਨੇ। ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਕੋਈ। ਤਾਂ ਅਸੀਂ ਇਹ ਵੀਡੀਓ ਰਾਹੀਂ ਵੀ ਕਹਿੰਦੇ ਹਾਂ ਵੀ ਤੁਸੀਂ ਆਓ,
ਵੱਧ ਤੋਂ ਵੱਧ ਆਪਾਂ ਇਕੱਠ ਕਰੀਏ ਤੇ ਵੱਧ ਤੋਂ ਵੱਧ ਸੋਚ ਵਿਚਾਰ ਕਰਕੇ ਆਪਾਂ ਇਸ ਚੀਜ਼ ਦਾ ਹੱਲ ਲੱਭੀਏ ਜੀ। ਬਹੁਤ ਬਹੁਤ ਧੰਨਵਾਦ ਵੀਰ ਗੱਲ ਕਰਨ ਵਾਸਤੇ। ਤੇ ਅੰਤ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਹੱਥ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਉਹਨਾਂ ਦਾ ਫਰਜ਼ ਬਣਦਾ ਕਿ ਉਹ ਜ਼ਿੰਮੇਵਾਰੀ ਜਿਸ ਬਾਖੂਬ ਤਰੀਕੇ ਦੇ ਨਾਲ ਨਿਭਾਉਂਦੇ ਆਏ ਨੇ ਅੱਗੇ ਵੀ ਇਸੇ ਤਰੀਕੇ ਦੇ ਨਾਲ ਇਹ ਜ਼ਿੰਮੇਵਾਰੀ ਨਿਭਾਉਣ, ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਕਿਸੇ ਪਾਸੇ ਕੋਈ ਢਿੱਲ ਹੋਵੇ, ਸਰਕਾਰਾਂ ਚਾਹੁੰਦੀਆਂ ਨੇ ਕੋਈ ਖਤਾ ਕਰੇ, ਕੋਈ ਖਤਾ ਖਾਵੇ। ਇੱਕ ਹੋਰ ਵੀ ਨਾਲ ਬੈਠੇ ਹੋਏ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਆਪਾਂ ਕਿੱਥੋਂ ਆਪਣਾ ਜੀ ਸੋਥਾ ਪਿੰਡ ਆ, ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਜੀ। ਜੀ, ਤੇ ਕੀ ਕਹੋਗੇ ਇਸ ਮੋਰਚੇ ਬਾਰੇ? ਕਦੋਂ ਦੇ ਆਏ ਹੋਏ ਹੋ ਤੇ ਕੀ ਸੋਚਦੇ ਹੋ? ਸਾਨੂੰ 1 ਮਹੀਨੇ ਤੋਂ ਉੱਪਰ ਹੋ ਗਿਆ ਜੀ ਸਾਨੂੰ ਆਏ ਨੂੰ, ਤੇ ਇੱਥੇ ਬਹੁਤ ਵਧੀਆ ਪਿਆਰ ਬਣ ਰਿਹਾ ਸਾਡੇ 'ਤੇ। ਅਸੀਂ ਮੋਦੀ ਸਾਹਿਬ ਦਾ ਧੰਨਵਾਦ ਵੀ ਕਰਦੇ ਹਾਂ ਇਹ ਕਾਨੂੰਨ ਬਣਾਉਣ ਕਰਕੇ ਵੀ ਇਕੱਠੇ ਹੋ ਗਏ, ਹਰਿਆਣਾ ਪੰਜਾਬ ਵੀ ਇਕੱਠਾ ਹੋ ਗਿਆ ਤੇ ਅਸੀਂ ਸਾਰੇ ਜ਼ਿਲ੍ਹਿਆਂ ਵਾਲੇ ਲੋਕ ਵੀ ਇਕੱਠੇ ਹੋ ਗਏ, ਸਾਡਾ ਪਿਆਰ ਵੱਧ ਗਿਆ ਇਸ ਨਾਲ। ਤੇ ਸਾਨੂੰ ਹਰਿਆਣੇ ਵਾਲੇ ਵੀਰ ਬਹੁਤ ਸਾਥ ਦੇ ਰਹੇ ਆ ਤੇ ਦੁੱਧ ਦਹੀਂ ਲੱਸੀ ਸਾਨੂੰ ਕੋਈ ਕਮੀ ਨਹੀਂ ਆਉਣ ਦਿੰਦੇ, ਰਾਸ਼ਨ ਦੀ ਕਿਸੇ ਵੀ ਚੀਜ਼ ਦੀ। ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹਰਿਆਣੇ ਵਾਲੇ ਵੀਰਾਂ ਦਾ। ਬਿਲਕੁਲ ਜੀ, ਤੇ ਇਹ ਇੱਕ ਵੀਰ ਨਹੀਂ ਕਹਿ ਰਿਹਾ, ਪੰਜਾਬ ਦੇ ਹਰ ਪੰਜਾਬੀ ਇਹ ਗੱਲ ਕਹਿ ਰਿਹਾ ਕਿ ਅਗਰ ਅਸੀਂ ਹਰਿਆਣੇ ਵਾਲਿਆਂ ਤੋਂ ਪਾਣੀ ਮੰਗਦੇ ਹਾਂ ਤਾਂ ਉਹਨਾਂ ਨੇ ਸਾਨੂੰ ਦੁੱਧ ਨਾਲ ਨਵਾ ਦਿੱਤਾ। ਤੇ ਹੁਣ ਚਾਹੇ ਖੱਟੜ ਦੀ ਸਰਕਾਰ ਹੋਵੇ ਤੇ ਚਾਹੇ ਮੋਦੀ ਦੀ, ਉਹ ਜਿੰਨਾ ਮਰਜ਼ੀ ਪਾੜ ਪਾਉਣ ਦੀ ਕੋਸ਼ਿਸ਼ ਕਰਨ, ਪੰਜਾਬ ਹਰਿਆਣਾ ਦੇ ਵਿੱਚ ਇਹ ਪਾੜ ਹੁਣ ਨਹੀਂ ਪੈ ਸਕਦਾ, ਕਿਉਂਕਿ ਭਰਾ ਨੂੰ ਭਰਾ ਦੇ ਨਾਲ ਜੋ ਕੁਝ ਸਮਝਾ ਕੇ ਬੁਝਾ ਕੇ ਪਾੜਿਆ ਗਿਆ ਸੀਗਾ ਉਹ ਸਾਰੇ ਪਾੜ ਭਰ ਚੁੱਕੇ ਨੇ। ਭਰਾ ਨੇ ਭਰਾ ਨੂੰ ਛਾਤੀਆਂ ਲਾ ਲਿਆ ਹੈ ਤੇ ਹੁਣ ਇਹ ਪਾੜ ਮੁੜ ਨਹੀਂ ਪਾਏਗਾ। ਹੋਰ ਕੁਝ ਕਹਿਣਾ ਵੀ? ਇਸ ਤੱਕ ਦਾਨੀ ਸੱਜਣਾਂ ਨੂੰ ਬੇਨਤੀ ਕਰਦੇ ਆ, ਜਿਹੜੇ ਵੀਰ ਸਾਡੇ ਕਿਸਾਨ ਭਰਾ ਕੋਈ ਦਾਨ ਕਰਨਾ ਚਾਹੁੰਦੇ ਆ, ਵੱਧ ਤੋਂ ਵੱਧ ਦਾਨ ਕਰਨ, ਰਾਸ਼ਨ ਕਿਸੇ ਵੀ ਕੋਈ ਕਮੀ ਨਾ ਰਹੇ ਇੱਥੇ। ਤੇ ਜਿਹੜਾ ਇੱਕ ਰਾਜਸਥਾਨ ਦਾ ਬਾਰਡਰ ਆ ਉੱਥੇ ਵੀ ਸਾਡੇ ਪੰਜਾਬੀ ਦੇ ਕਿਸਾਨ ਵੱਧ ਤੋਂ ਵੱਧ ਉੱਥੇ ਆਉਣ ਤੇ ਉਹਨਾਂ ਦਾ ਸਹਿਯੋਗ ਕਰਨ, ਉੱਥੇ ਜਿਹੜੇ ਵੀ ਰਾਜਸਥਾਨ ਦੇ ਵੀਰਾਂ ਨੂੰ ਸਹਿਯੋਗ ਮਿਲੇ, ਜਿਹੜੇ ਕਿਸਾਨ ਵੀ ਤੇ ਵੱਧ ਤੋਂ ਵੱਧ ਰਾਸ਼ਨ ਦੇਣ। ਜੀ ਬਿਲਕੁਲ ਜੀ ਬਿਲਕੁਲ, ਇਹ ਬੇਨਤੀ ਮੈਂ ਵੀ ਵਾਰ-ਵਾਰ ਕਰਦਾ ਕਿ ਤੁਹਾਡੇ ਨੇੜੇ ਜਿਹੜੇ ਬਾਰਡਰਸ ਲੱਗਦੇ ਨੇ, ਜੇਕਰ ਤੁਸੀਂ ਆਪਣੇ ਦਸਵੰਧ ਦੇ ਵਿੱਚੋਂ ਕੁਝ ਵੀ ਹਿੱਸਾ ਉੱਥੇ ਭੇਜਦੇ ਹੋ ਤਾਂ ਉਹ ਇਤਿਹਾਸ ਦੇ ਵਿੱਚ ਦਰਜ ਹੋਏਗਾ, ਉਸ ਪਰਮਾਤਮਾ ਦੇ ਦਰ ਦੇ ਵਿੱਚ ਸਿੱਧਾ ਜਾ ਟੁਕੇਗਾ। ਕਿਉਂਕਿ ਇਸ ਕਲਾ ਦੇ ਵਿੱਚ ਅਗਰ ਤੁਸੀਂ ਕੋਈ ਵੀ ਯੋਗਦਾਨ ਪਾਉਂਦੇ ਹੋ, 10 ਰੁਪਏ ਦਾ ਵੀ ਦਾਨ ਕਰਦੇ ਹੋ, 10 ਰੁਪਏ ਦੀ ਚੀਜ਼ ਵੀ ਲਿਆ ਕੇ ਦਿੰਦੇ ਹੋ, ਤਾਂ ਤੁਸੀਂ ਇਹ ਸੋਚੋ ਕਿ ਉਸ ਪਰਮਾਤਮਾ ਨੇ, ਉਸ ਵਾਹਿਗੁਰੂ ਨੇ ਜਿਹੜੀ ਕਲਾ ਵਰਤਾਈ ਹੈ, ਤੁਸੀਂ ਉਸ ਦੇ ਵਿੱਚ ਯੋਗਦਾਨ ਪਾਇਆ ਆਪਣੀ ਕਿਸਮਤਾਂ ਦੇ ਮੁਤਾਬਕ, ਚਾਹੇ ਉਹ ਕੱਖ ਦਾ ਹੋਵੇ ਤੇ ਚਾਹੇ ਉਹ ਲੱਖ ਦਾ ਹੋਵੇ, ਪਰ ਉਹ ਇਤਿਹਾਸ ਉਸ ਦੀ ਗਵਾਹੀ ਦੇਗਾ, ਯਾਦ ਰੱਖੇਗਾ ਕਿ ਤੁਸੀਂ ਜਦੋਂ ਇਹ ਕਲਾ ਵਰਤ ਰਹੀ ਸੀ ਉਸ ਦੇ ਵਿੱਚ ਕੀ ਯੋਗਦਾਨ ਪਾਇਆ। ਇਸ ਘੋਲ ਦੇ ਵਿੱਚ, ਸੰਘਰਸ਼ ਦੇ ਵਿੱਚ ਸ਼ਹਾਦਤਾਂ ਪਾਈਆਂ, ਜਿਹੜੇ ਅੱਗੇ ਆਏ, ਜਿਹੜੇ ਲੜਦੇ ਹੋਏ ਦਿੱਲੀ ਨਾਲ ਮੱਥਾ ਲਾਣ ਗਏ ਨੇ, ਲਾ ਰਹੇ ਨੇ ਸੱਚਾਈ ਤੇ ਇਮਾਨਦਾਰੀ ਦੇ ਨਾਲ, ਉਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਆਲਰੇਡੀ ਲਿਖਿਆ ਜਾ ਰਿਹਾ ਹੈ ਤੇ ਅੱਗੇ ਵੀ ਲਿਖਿਆ ਜਾਏਗਾ, ਕਿਉਂਕਿ ਇਹ ਇਤਿਹਾਸ 15-20 ਸਾਲਾਂ ਬਾਅਦ ਤੁਹਾਡੇ ਬੱਚਿਆਂ ਨੂੰ ਪੜ੍ਹਾਇਆ ਜਾਣਾ ਹੈ। ਜਦੋਂ ਤੁਹਾਡੇ ਬੱਚੇ ਤੁਹਾਡੇ ਤੋਂ ਪੁੱਛਣਗੇ ਕਿ ਇਸ ਸੰਘਰਸ਼ ਦੇ ਵਿੱਚ ਕੀ ਸਾਡੇ ਟੱਬਰ 'ਚ ਕੋਈ ਗਿਆ ਸੀ, ਜੇ ਤੁਹਾਡੇ ਕੋਲ ਜਵਾਬ ਨਾ ਹੋਇਆ ਤਾਂ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਆਪਣੇ ਪਰਿਵਾਰ, ਆਪਣੇ ਬੱਚਿਆਂ ਦੇ ਸਾਹਮਣੇ ਕਿੰਨੀ ਵੱਡੀ ਉਸ ਵੇਲੇ ਖਤਾ ਖਾਓਗੇ। ਤੇ ਇਹੀ ਖਤਾ ਉਹ ਸਾਡੇ ਕਿਸਾਨ ਆਗੂ ਵੀ ਖਾਣਗੇ ਜਿਹੜੇ ਇਸ ਵੇਲੇ ਮੋਢੀ ਬਣੇ ਨੇ, ਜੇ ਉਹਨਾਂ ਨੇ ਕੋਈ ਖਤਾ ਨਹੀਂ। ਇਸ ਲਈ ਅਸੀਂ ਜਿੱਤ ਚੁੱਕੇ ਹਾਂ, ਅਸੀਂ ਸਿਰਫ ਆਪਣੀਆਂ ਨੌਜਵਾਨ ਪੀੜ੍ਹੀ ਨੂੰ ਪ੍ਰਾਪਤੀਆਂ ਗਿਣਵਾਉਣੀਆਂ ਨੇ ਕਿ ਅਸੀਂ ਹੋਰ ਕਿਹੜੀਆਂ ਪ੍ਰਾਪਤੀਆਂ ਕਰਕੇ ਵਾਪਸ ਚੱਲੇ। ਇਸ ਚੀਜ਼ ਦਾ ਧਿਆਨ ਰੱਖਣਾ, ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਦਿਓ ਇਜਾਜ਼ਤ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀ ਭਾਵਨਾ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।